ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ, ਜਿਹੜਾ ਹੈ ਮਨਰੇਗਾ ਦੀ ਥਾਂ ਤੇ ਆ ਰਿਹਾ ਨਵਾਂ ਪੇਂਡੂ ਰੋਜ਼ਗਾਰ ਬਿੱਲ, ਜਿਸ ਦਾ ਨਾਂ ਹੈ VBGRG। ਕਿਉਂਕਿ ਇਹ ਵਿਸ਼ਾ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਬਹੁਤ ਜ਼ਰੂਰੀ ਹੈ, ਤਾਂ ਚਲੋ ਇਸ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਦੇ ਹਾਂ। ਤਾਂ ਆਓ ਇੱਕ ਨਜ਼ਰ ਮਾਰੀਏ ਕਿ ਅੱਜ ਆਪਾਂ ਕੀ ਸਮਝਾਂਗੇ। ਆਪਾਂ ਸ਼ੁਰੂਆਤ ਕਰਾਂਗੇ ਮਨਰੇਗਾ ਦੇ ਸਫ਼ਰ ਤੋਂ। ਫਿਰ ਦੇਖਾਂਗੇ ਕਿ ਇਹ ਨਵੀਂ ਸਕੀਮ ਕੀ ਹੈ, ਇਸ ਵਿੱਚ ਪਹਿਲਾਂ ਨਾਲੋਂ ਕੀ ਬਦਲਾਵ ਕੀਤੇ ਗਏ ਨੇ, ਇਸ ਤੇ ਕੀ ਬਹਿਸ ਚੱਲ ਰਹੀ ਹੈ, ਤੇ ਸਭ ਤੋਂ ਅਖੀਰ ਵਿੱਚ ਪ੍ਰੀਖਿਆ ਲਈ ਕਿਹੜੇ-ਕਿਹੜੇ ਨੁਕਤੇ ਸਭ ਤੋਂ ਜ਼ਰੂਰੀ ਨੇ। ਕਹਿੰਦੇ ਨੇ ਨਾ, ਕਿਸੇ ਵੀ ਨਵੀਂ ਚੀਜ਼ ਨੂੰ ਸਮਝਣ ਲਈ ਪਹਿਲਾਂ ਪੁਰਾਣੀ ਦੀ ਜੜ ਤੱਕ ਜਾਣਾ ਪੈਂਦਾ ਹੈ। ਸੋ ਆਓ ਪਹਿਲਾਂ ਮਨਰੇਗਾ ਦੇ ਉਸ ਸਫ਼ਰ ਤੇ ਇੱਕ ਨਜ਼ਰ ਮਾਰੀਏ, ਜਿਸ ਨੇ ਕਈ ਦਹਾਕਿਆਂ ਤੱਕ ਪਿੰਡਾਂ ਵਿੱਚ ਰੁਜ਼ਗਾਰ ਦੀ ਤਸਵੀਰ ਨੂੰ ਬਣਾਇਆ ਹੈ। ਦੇਖੋ, ਇਹ ਸਫ਼ਰ ਸ਼ੁਰੂ ਹੋਇਆ ਸੀ 2006 ਵਿੱਚ, ਜਦੋਂ ਇਸ ਨੂੰ ਸਿਰਫ ਨਰੇਗਾ ਕਿਹਾ ਜਾਂਦਾ ਸੀ। ਫਿਰ 2009 ਵਿੱਚ ਇਸ ਨਾਲ ਮਹਾਤਮਾ ਗਾਂਧੀ ਜੀ ਦਾ ਨਾਂ ਜੁੜਿਆ ਤੇ ਇਹ ਮਨਰੇਗਾ ਬਣ ਗਿਆ, ਤੇ ਹੁਣ 2025 ਵਿੱਚ ਇਸ ਦੀ ਥਾਂ ਤੇ VBGRAMG ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਚਲੋ ਜੀ, ਹੁਣ ਗੱਲ ਕਰਦੇ ਹਾਂ ਇਸ ਨਵੇਂ ਪ੍ਰਸਤਾਵ ਦੀ, ਜਿਸ ਦਾ ਨਾਂ ਹੈ VBGRAMG। ਆਖਿਰ ਇਹ ਹੈ ਕੀ ਤੇ ਪੇਂਡੂ ਰੁਜ਼ਗਾਰ ਨੂੰ ਲੈ ਕੇ ਇਸ ਦਾ ਕੀ ਨਜ਼ਰੀਆ ਹੈ? ਇਸ ਦਾ ਪੂਰਾ ਨਾਮ ਹੈ ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮੀਣ। ਵੇਖੋ, ਨਾਮ ਦੇ ਵਿੱਚ ਹੀ ਇਸ ਦਾ ਪੂਰਾ ਮਕਸਦ ਛੁਪਿਆ ਹੋਇਆ ਹੈ, ਜੋ ਇਸ ਨੂੰ ਇੱਕ ਵੱਡੇ ਰਾਸ਼ਟਰੀ ਟੀਚੇ ਨਾਲ ਜੋੜਦਾ ਹੈ। ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ ਇੱਕ ਸਕੀਮ ਨਹੀਂ ਹੈ, ਇਸ ਨੂੰ ਵਿਕਸਿਤ ਭਾਰਤ 2047 ਦੇ ਵੱਡੇ ਸੁਪਨੇ ਨਾਲ ਜੋੜਿਆ ਗਿਆ ਹੈ। ਮਤਲਬ, ਟੀਚਾ ਸਿਰਫ ਰੋਜ਼ਗਾਰ ਦੇਣਾ ਨਹੀਂ, ਬਲਕਿ ਲੰਮੇ ਸਮੇਂ ਲਈ ਪਿੰਡਾਂ ਦਾ ਵਿਕਾਸ ਕਰਨਾ ਅਤੇ ਆਰਥਿਕ ਸੁਰੱਖਿਆ ਦੇਣਾ ਹੈ। ਅੱਛਾ, ਹੁਣ ਆਉਂਦੇ ਹਾਂ ਸਭ ਤੋਂ ਜ਼ਰੂਰੀ ਹਿੱਸੇ ਤੇ, ਜਿੱਥੋਂ ਪ੍ਰੀਖਿਆ ਵਿੱਚ ਸਵਾਲ ਬਣ ਸਕਦੇ ਨੇ। ਆਖਿਰ ਮਨਰੇਗਾ ਤੇ ਇਸ ਨਵੀਂ ਸਕੀਮ VBGRM ਵਿੱਚ ਮੋٹے-ਮੋٹے ਫਰਕ ਕੀ ਨੇ? ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਫਰਕ ਹੈ ਕੰਮ ਦੇ ਦਿਨਾਂ 'ਚ। ਪਹਿਲਾਂ 100 ਦਿਨਾਂ ਦੇ ਕੰਮ ਦੀ ਗਾਰੰਟੀ ਸੀ, ਹੁਣ ਇਸ ਨੂੰ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ। ਤੇ ਦੂਜੀ ਵੱਡੀ ਗੱਲ, ਪੈਸੇ। ਜਿੱਥੇ ਪਹਿਲਾਂ 15 ਹਫ਼ਤੇ ਲੱਗ ਜਾਂਦੇ ਸੀ, ਹੁਣ ਸਿਰਫ 7 ਹਫ਼ਤਿਆਂ ਵਿੱਚ ਭੁਗਤਾਨ ਦੀ ਗੱਲ ਕਹੀ ਗਈ ਹੈ। ਹੁਣ ਇੱਕ ਬਹੁਤ ਹੀ ਦਿਲਚਸਪ ਚੀਜ਼ ਇਸ ਵਿੱਚ ਜੋੜੀ ਗਈ ਹੈ, ਜਿਸ ਨੂੰ ਖੇਤੀਬਾੜੀ ਰੋਗ ਪ੍ਰਬੰਧ ਕਹਿੰਦੇ ਨੇ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜਦੋਂ ਪਿੰਡਾਂ ਵਿੱਚ ਫਸਲ ਬੀਜਣ ਜਾਂ ਵੱਢਣ ਦਾ ਸੀਜ਼ਨ ਹੋਵੇਗਾ, ਤਾਂ ਸਰਕਾਰ ਇਸ ਸਕੀਮ ਨੂੰ ਰੋਕ ਸਕਦੀ ਹੈ, ਤਾਂ ਜੋ ਖੇਤਾਂ ਵਿੱਚ ਮਜ਼ਦੂਰਾਂ ਦੀ ਕਮੀ ਨਾ ਆਵੇ। ਖਰਚੇ ਦੇ ਮਾਮਲੇ 'ਚ ਵੀ ਇੱਕ ਵੱਡਾ ਬਦਲਾਅ ਆਇਆ ਹੈ। ਹੁਣ ਜਿੰਨਾ ਵੀ ਪੈਸਾ ਲੱਗੇਗਾ, ਉਸ ਦਾ 60% ਹਿੱਸਾ ਕੇਂਦਰ ਸਰਕਾਰ ਦੇਵੇਗੀ ਤੇ ਬਾਕੀ 40% ਉਹ ਦੇਣਾ ਪਵੇਗਾ ਸੂਬਾ ਸਰਕਾਰ ਨੂੰ। ਇਸ ਨੂੰ ਥੋੜਾ ਹੋਰ ਸਮਝਦੇ ਹਾਂ। ਪਹਿਲਾਂ ਕੀ ਹੁੰਦਾ ਸੀ? ਮਨਰੇਗਾ ਵਿੱਚ ਮਜ਼ਦੂਰਾਂ ਦੀ ਦਿਹਾੜੀ ਦਾ 100% ਪੈਸਾ ਕੇਂਦਰ ਦਿੰਦਾ ਸੀ, ਪਰ ਹੁਣ ਪੂਰੇ ਬਜਟ ਦਾ 40% ਹਿੱਸਾ ਸਿੱਧਾ ਸੂਬਿਆਂ ਦੇ ਖਾਤੇ ਤੇ ਪਵੇਗਾ। ਇਹ ਇੱਕ ਬਹੁਤ ਵੱਡੀ ਵਿੱਤੀ ਤਬਦੀਲੀ ਹੈ। ਜਦੋਂ ਵੀ ਕੋਈ ਇੰਨਾ ਵੱਡਾ ਬਦਲਾਅ ਆਉਂਦਾ ਹੈ, ਤਾਂ ਉਸ ਦੇ ਹੱਕ ਵਿੱਚ ਤੇ ਉਸ ਦੇ ਵਿਰੋਧ ਵਿੱਚ ਗੱਲਾਂ ਹੁੰਦੀਆਂ ਹੀ ਨੇ। ਸੋ ਆਓ, ਬਿਨਾਂ ਕਿਸੇ ਪੱਖਪਾਤ ਦੇ ਦੋਵੇਂ ਪਾਸਿਆਂ ਦੀਆਂ ਦਲੀਲਾਂ ਨੂੰ ਸੁਣੀਏ ਅਤੇ ਸਮਝੀਏ। ਜਿਹੜੇ ਲੋਕ ਇਸ ਬਿੱਲ ਦੇ ਹੱਕ ਵਿੱਚ ਨੇ, ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪਿੰਡਾਂ ਵਿੱਚ ਪੱਕੇ ਕੰਮ ਹੋਣਗੇ, ਜਿਵੇਂ ਕੋਈ ਸਕੂਲ ਬਣ ਗਿਆ, ਕੋਈ ਸੜਕ ਬਣ ਗਈ। ਤਕਨਾਲੋਜੀ ਨਾਲ ਪਾਰਦਰਸ਼ਤਾ ਵਧੇਗੀ, ਪੈਸੇ ਛੇਤੀ ਮਿਲਣਗੇ ਅਤੇ ਪੇਂਡੂ ਰੁਜ਼ਗਾਰ ਸਿੱਧਾ ਵਿਕਾਸ ਨਾਲ ਜੁੜੇਗਾ। ਦੂਜੇ ਪਾਸੇ ਜਿਹੜੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ, ਉਹ ਵੀ ਗੰਭੀਰ ਨੇ। ਸਭ ਤੋਂ ਵੱਡੀ ਚਿੰਤਾ ਹੈ ਰਾਜਾਂ ਤੇ ਪੈਣ ਵਾਲਾ ਵਿੱਤੀ ਬੋਝ। ਨਾਲ ਹੀ ਇਹ ਡਰ ਹੈ ਕਿ ਕਿਤੇ ਇਹ ਕੰਮ ਦੇ ਅਧਿਕਾਰ ਤੋਂ ਬਜਟ ਆਧਾਰਿਤ ਸਕੀਮ ਨਾ ਬਣ ਜਾਵੇ, ਮਤਲਬ ਜਿੰਨਾ ਬਜਟ ਉਨਾ ਹੀ ਕੰਮ। ਇੱਕ ਗੱਲ ਹੋਰ ਹੈ, ਡਿਜੀਟਲ ਬੇਦਖਲੀ ਦੀ। ਦੇਖੋ, ਹਾਜ਼ਰੀ ਲਈ ਬਾਇਓਮੈਟ੍ਰਿਕ ਯਾਨੀ ਉਂਗਲਾਂ ਦੇ ਨਿਸ਼ਾਨ ਲਾਜ਼ਮੀ ਕਰਨ ਦੀ ਗੱਲ ਹੈ, ਪਰ ਸੋਚੋ, ਜਿਹੜੇ ਮਜ਼ਦੂਰ ਸਾਰੀ ਉਮਰ ਹੱਥੀਂ ਕੰਮ ਕਰਦੇ ਨੇ, ਉਹਨਾਂ ਦੀਆਂ ਤਾਂ ਉਂਗਲਾਂ ਦੇ ਨਿਸ਼ਾਨ ਹੀ ਖਸ ਜਾਂਦੇ ਨੇ। ਇਹ ਇੱਕ ਵੱਡੀ ਪ੍ਰੈਕਟੀਕਲ ਸਮੱਸਿਆ ਹੈ। ਰਾਜਨੀਤਿਕ ਪੱਧਰ ਤੇ ਵੀ ਇਸ ਦਾ ਕਾਫੀ ਵਿਰੋਧ ਹੋਇਆ ਹੈ, ਜਿਵੇਂ ਕਿ ਰਾਹੁਲ ਗਾਂਧੀ ਨੇ ਇਸ ਦੇ ਵਿੱਤੀ ਢਾਂਚੇ ਨੂੰ ਪਿੰਡ ਵਿਰੋਧੀ ਅਤੇ ਰਾਜ ਵਿਰੋਧੀ ਤੱਕ ਕਿਹਾ ਹੈ। ਤਾਂ ਫਿਰ ਇਸ ਸਾਰੀ ਚਰਚਾ ਤੋਂ ਬਾਅਦ ਸਾਨੂੰ ਪ੍ਰੀਖਿਆ ਲਈ ਕਿਹੜੀਆਂ ਗੱਲਾਂ ਪੱਕੀਆਂ ਯਾਦ ਰੱਖਣੀਆਂ ਚਾਹੀਦੀਆਂ ਨੇ? ਚਲੋ, ਸਭ ਤੋਂ ਜ਼ਰੂਰੀ ਨੁਕਤਿਆਂ ਨੂੰ ਇੱਕ ਵਾਰ ਫੇਰ ਦੁਹਰਾ ਲੈਂਦੇ ਹਾਂ। ਇਹ ਤਰੀਕਾ ਬਹੁਤ ਮਹੱਤਵਪੂਰਨ ਨੇ, ਇਹਨਾਂ ਨੂੰ ਨੋਟ ਕਰ ਲਓ। ਬਿੱਲ ਦੇ ਲੋਕ ਸਭਾ, ਰਾਜ ਸਭਾ ਅਤੇ ਫਿਰ ਰਾਸ਼ਟਰਪਤੀ ਦੀ ਮਨਜ਼ੂਰੀ ਤੱਕ ਦਾ ਸਫ਼ਰ ਇਹਨਾਂ ਤਰੀਕਾਂ ਵਿੱਚ ਤੈਅ ਹੋਣ ਦਾ ਪ੍ਰਸਤਾਵ ਹੈ। ਸੋ ਜੇ ਸਾਰੀ ਗੱਲ ਨੂੰ 5 ਨੁਕਤਿਆਂ 'ਚ ਸਮੇਟਣਾ ਹੋਵੇ, ਤਾਂ ਉਹ ਇਹ ਨੇ: ਕੰਮ ਦੇ ਦਿਨ 125, ਭੁਗਤਾਨ 7 ਹਫ਼ਤਿਆਂ 'ਚ, ਖਰਚੇ ਦੀ ਵੰਡ 60-40, ਖੇਤੀਬਾੜੀ ਵਾਲੀ ਰੋਕ ਅਤੇ ਤਕਨਾਲੋਜੀ ਦੀ ਵਰਤੋਂ। ਇਹ 5 ਚੀਜ਼ਾਂ ਇਸ ਨਵੀਂ ਸਕੀਮ ਦਾ ਆਧਾਰ ਨੇ।
ਤੇ ਅੰਤ ਵਿੱਚ ਇੱਕ ਵੱਡਾ ਸਵਾਲ ਸਾਰਿਆਂ ਲਈ, ਕਿਉਂਕਿ ਹੁਣ 40% ਖਰਚਾ ਰਾਜਾਂ ਨੇ ਦੇਣਾ ਹੈ, ਤਾਂ ਕੀ ਇਸ ਨਾਲ ਪੂਰੇ ਭਾਰਤ ਵਿੱਚ ਰੋਜ਼ਗਾਰ ਗਾਰੰਟੀ ਨੂੰ ਲਾਗੂ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਆਵੇਗਾ? ਕਿ ਕੁਝ ਰਾਜ ਇਸ ਨੂੰ ਬਿਹਤਰ ਢੰਗ ਨਾਲ ਲਾਗੂ ਕਰਨਗੇ ਤੇ ਕੁਝ ਪਿੱਛੇ ਰਹਿ ਜਾਣਗੇ? ਇਹ ਸੋਚਣ ਵਾਲੀ ਗੱਲ ਹੈ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤੇ ਤੁਸੀਂ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਹੋਰ ਅਜਿਹੇ ਵਿਸ਼ਲੇਸ਼ਣਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਹਮੇਸ਼ਾ ਯਾਦ ਰੱਖਿਓ, ਜਿੰਨਾ ਚਿਰ ਸਿੱਖਦੇ ਰਹੋਗੇ ਉਨਾ ਚਿਰ ਜਿੱਤਦੇ ਰਹੋਗੇ। ਅੱਜ ਦੇ ਇਸ ਵਿਸ਼ਲੇਸ਼ਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।